ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਅਸੀਂ ਪ੍ਰੋਗਰਾਮ ਦੇ ਅਖੀਰਲੇ ਪਲਾਂ ਦੇ ਵਿੱਚ ਪਹੁੰਚ ਚੁੱਕੇ ਹਾਂ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨਾਂ 'ਚ ਅਮਰੀਕੀ ਫੌਜ ਦੇ ਕਮਾਂਡਰ ਵੱਲੋਂ ਅਫਗਾਨਿਸਤਾਨ ਦੇ ਗੁਆਂਢ ਵਿੱਚ ਪੈਂਦੇ ਮੁਲਕਾਂ ਵਿੱਚ ਅਮਰੀਕੀ ਫੌਜੀ ਅੱਡੇ ਸਥਾਪਿਤ ਕਰਨ ਦਾ ਇਸ਼ਾਰਾ ਦਿੱਤਾ ਗਿਆ ਸੀ। ਸਾਡੇ ਵੱਲੋਂ ਇਹ ਖਦਸ਼ਾ ਜ਼ਾਹਿਰ ਕੀਤਾ ਗਿਆ ਸੀ ਕਿ ਅਮਰੀਕਾ ਪਾਕਿਸਤਾਨ ਨੂੰ ਫੌਜੀ ਅੱਡੇ ਦੇਣ ਲਈ ਉਸ 'ਤੇ ਪ੍ਰੈਸ਼ਰ ਪਾਏਗਾ। ਇਸ ਇਸ਼ੂ 'ਤੇ ਵੀ ਸਵਾਲ ਚੁੱਕਿਆ ਗਿਆ ਸੀ ਕਿ ਕੀ ਪਾਕਿਸਤਾਨ ਵਿੱਚ ਪਹਿਲਾਂ ਹੀ ਕੋਈ ਅਮਰੀਕੀ ਫੌਜੀ ਅੱਡਾ ਹੈ। ਇਸ ਵਿਸ਼ੇ 'ਤੇ ਸਾਡੇ TV 84 ਦੇ ਰਿਵਿਊਅਰ ਨੇ ਰਾਣਾ ਮੁਹੰਮਦ ਅਸਲਮ ਖਾਨ ਜੀ ਨੇ ਸਾਨੂੰ ਇੱਕ ਬੜੀ ਹੀ ਜਾਣਕਾਰੀ ਭਰਪੂਰ ਜਿਹੜੀ ਹੈ ਲਿਖ ਭੇਜੀ ਹੈ। ਉਹ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਔਰ ਨਾਲ ਹੀ ਗੁਰਬਾਣੀ ਵਿਚਾਰਾਂ ਦੀ ਸਾਂਝ ਵੀ ਤੁਹਾਡੇ ਨਾਲ ਪਾਵਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ ਇਸ ਮੁੱਦੇ ਬਾਰੇ? ਦੇਖੋ, ਜਿਵੇਂ ਤੁਸੀਂ ਕਿਹਾ ਕਿ ਪਿਛਲੇ ਵਕਤ ਦੇ ਵਿੱਚ ਅਮਰੀਕਨ ਫੌਜ ਦੇ ਸੈਂਟਰਲ ਕਮਾਂਡ ਦੇ ਜਨਰਲ ਨੇ ਜਦੋਂ ਇਹ ਸਟੇਟਮੈਂਟ ਦਿੱਤੀ ਕਿ ਜਦੋਂ ਅਸੀਂ ਵਿਦਡਰਾ ਕਰਾਂਗੇ ਅਸੀਂ ਅਮਰੀਕਨ ਇੰਟਰਸਟ ਵੀ ਦੇਖਣੇ ਨੇ, ਕਿਉਂਕਿ ਅਫਗਾਨਿਸਤਾਨ ਦੇ ਵਿੱਚ ਅਲ-ਕਾਇਦਾ, ਇਸਲਾਮਿਕ ਸਟੇਟ ਔਰ ਤਾਲਿਬਾਨ ਇਹ ਇਕੱਠੇ ਹੋ ਕੇ ਜਿਹੜਾ ਉਹ ਦਹਿਸ਼ਤਗਰਦੀ ਵੱਲ ਵੀ ਜਾ ਸਕਦੇ ਨੇ। ਇਸ ਲਈ ਉਹਨਾਂ ਨੂੰ ਚੈੱਕ 'ਚ ਰੱਖਣ ਲਈ ਅਸੀਂ ਦੇਖ ਰਹੇ ਹਾਂ ਕਿ ਗੁਆਂਢ ਦੇ ਮੁਲਕ ਜਿਨ੍ਹਾਂ ਦੇ ਇੰਟਰਸਟ ਵੀ ਇਸ ਗੱਲ ਨਾਲ 'ਚ ਨੇ ਕਿ ਸਟੇਬਲ ਅਫਗਾਨਿਸਤਾਨ ਹੋਏ, ਉਹਦੇ 'ਚ ਸਾਡੀ ਪ੍ਰੈਜ਼ੈਂਸ ਹੋਏ। ਅਸੀਂ ਅਮਰੀਕਨ ਇੰਟਰਸਟ ਨੂੰ ਜਿਹੜਾ ਛੱਡ ਨਹੀਂ ਸਕਦੇ। ਸੋ ਜ਼ਾਹਰ ਹੈ ਉਸ ਦੇ ਉੱਤੇ ਅਸੀਂ, ਕਿਉਂਕਿ ਉਹਦੇ 'ਚ ਉਹਨਾਂ ਨੇ ਪਾਕਿਸਤਾਨ ਦੀ ਸਿਕਿਉਰਿਟੀ ਨੂੰ ਲੈ ਕੇ ਵੀ ਫਿਕਰ ਜਤਾਇਆ ਸੀ ਕਿ ਪਾਕਿਸਤਾਨ ਦੇ ਵੀ ਇਹ ਹੱਕ 'ਚ ਹੈ ਕਿ ਸਟੇਬਲ ਅਫਗਾਨਿਸਤਾਨ ਹੋਏ। ਸੋ ਉਹ ਇੱਕ ਕਿਸਮ ਦੀ ਬੈਗਿੰਗ ਵੀ ਸੀ, ਕਿਤੇ ਨਾ ਕਿਤੇ ਸੁਜੈਸਟਿੰਗ ਵੀ ਸੀ, ਔਰ ਸ਼ਾਇਦ ਜਿਹੜਾ ਜਦੋਂ ਬਿਹਾਈਂਡ ਦਾ ਕਰਟਨ ਪ੍ਰੈਸ਼ਰ ਵੀ ਹੋਏਗਾ, ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਕਿ ਭਾਈ ਗਵਾਂਢ ਦੇ ਵਿੱਚ ਤਾਂ ਹੁਣ ਜਾਂ ਈਰਾਨ ਹੈ, ਪਾਕਿਸਤਾਨ ਹੈ, ਦੂਸਰੇ ਪਾਸੇ ਤਾਜ਼ਿਕਸਤਾਨ, ਉਜ਼ਬੇਕਿਸਤਾਨ, ਇਹ ਸੈਂਟਰਲ ਏਸ਼ੀਅਨ ਜਿਹੜੇ ਰਿਪਬਲਿਕ ਨੇ ਵੀ ਉਹਨਾਂ ਦੇ ਵਿੱਚ ਵੀ ਉਹ ਬੇਸ ਹੋਣਗੇ ਜਾਂ ਲੱਭਣਾ ਚਾਹੁੰਦੇ ਨੇ। ਔਰ ਉਹਦੇ ਹੀ ਕੌਂਟੈਕਸਟ ਦੇ ਵਿੱਚ ਮੈਂ ਆਪਣੇ ਕਾਮੈਂਟ ਦੇ ਵਿੱਚ ਇਹ ਗੱਲ ਕਹੀ ਸੀ ਕਿ ਭਾਈ ਇਹ ਵੀ ਪੋਸੀਬਲ ਹੈ ਕਿ ਅਜੇ ਅਮਰੀਕਾ ਦੇ ਬੇਸ ਉੱਥੇ ਹੋਣ ਵੀ। ਹਾਲਾਂਕਿ ਇਸ ਗੱਲ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ 9/11 ਤੋਂ ਬਾਅਦ ਇੱਕਦਮ ਜਦੋਂ ਜਨਰਲ ਪਾਵਲ ਜਿਹੜੇ ਇੱਥੇ ਸੈਕਟਰੀ ਆਫ ਡਿਫੈਂਸ ਸੀ, ਉਹਨਾਂ ਨੇ ਉਸ ਵੇਲੇ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਵੀ ਔਰ ਫੌਜੀ ਮੁਖੀ ਵੀ ਜਨਰਲ ਪਰਵੇਜ਼ ਮੁਸ਼ਰਫ ਨੂੰ ਜਦੋਂ ਇਹ ਕਿਹਾ ਕਿ ਭਾਈ ਹੁਣ ਦੇਖੋ ਤੁਸੀਂ ਕੀ ਕਰਨਾ ਹੈ, ਜਾਂ ਤੁਸੀਂ ਸਾਡੇ ਨਾਲ ਹੋ ਜਾਂ ਸਾਡੇ ਖਿਲਾਫ ਹੋ, ਇਹ ਵੀ ਕਿਹਾ ਜਾਂਦਾ। ਹੁਣ ਕਨਵਰਸੇਸ਼ਨ ਸੀ, ਉਹਨੇ ਕੀ ਕਿਹਾ, ਨਹੀਂ ਤਾਂ ਅਸੀਂ ਤੁਹਾਨੂੰ ਪਾਰਕਿੰਗ ਲਾਟ ਬਣਾ ਦੇਵਾਂਗੇ। ਪਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਕਿ ਪਾਕਿਸਤਾਨ ਦੇ ਜਨਰਲ ਪਰਵੇਜ਼ ਮੁਸ਼ਰਫ ਦੀ ਉਹ ਸਭ ਤੋਂ ਕਮਜ਼ੋਰ ਮੂਮੈਂਟ ਸੀ ਕਿ ਬਿਨਾਂ ਕੋਈ ਅਮਰੀਕਾ ਤੋਂ ਕੰਸੈਸ਼ਨ ਲਿਆ, ਕੋਈ ਪੈਕੇਜ ਲਿਆ, ਕੋਈ ਆਪਣਾ ਹੋਰ ਜਿਹੜਾ ਭਾਵੇਂ ਉਹ ਕਸ਼ਮੀਰ ਮੁੱਦਾ ਜਾਂ ਦੂਸਰੇ ਦੇ ਉੱਤੇ ਉਹਨੇ ਗੋਡੇ ਟੇਕ ਦਿੱਤੇ। ਨਤੀਜੇ ਦੇ ਤੌਰ 'ਤੇ ਉਹ ਲੜਾਈ ਜਿਹੜੀ ਪਾਕਿਸਤਾਨ ਦੀ ਨਹੀਂ ਸੀ, ਕਿਉਂਕਿ ਪਾਕਿਸਤਾਨ ਔਰ ਸਾਊਦੀ ਅਰੇਬੀਆ ਅਤੇ ਸ਼ਾਇਦ UAE ਇਹੀ 2-3 ਮੁਲਕ ਸੀ ਜਿਨ੍ਹਾਂ ਨੇ ਤਾਲਿਬਾਨ ਦੀ ਹਕੂਮਤ ਨੂੰ ਰੈਕਗਨਾਈਜ਼ ਕੀਤਾ ਹੋਇਆ ਸੀ। ਸੋ ਜਿਹੜੇ ਤੁਹਾਡੇ ਜਿਨ੍ਹਾਂ ਨੂੰ ਤੁਸੀਂ ਹਮਾਇਤ ਦਿੱਤੀ ਹੋਈ ਹੈ, ਤੁਸੀਂ ਉਹਨਾਂ ਦੇ ਖਿਲਾਫ ਐਲਾਨੀਆ ਜੰਗ ਕਰਦੇ ਹੋ। ਔਰ ਫਿਰ ਇਕੱਲਾ ਇਹ ਨਹੀਂ ਸੀ ਕਿ ਉਹ ਪਾਕਿਸਤਾਨ ਕੋਈ ਬਿਆਨ ਦੇ ਦਿੰਦਾ ਜੀ ਅਸੀਂ ਖਿਲਾਫ ਹੈ। ਅਮਰੀਕਾ ਨੇ ਜਿਹੜੇ 3 ਫੌਜੀ ਅੱਡੇ ਉਹ ਵੀ ਉਹਨਾਂ ਤੋਂ ਲਏ, ਕਿਉਂਕਿ ਉਹੀ ਇਸਤੇਮਾਲ ਕੀਤੇ ਫਿਰ ਜਿਵੇਂ ਡਰੋਨ ਅਟੈਕ ਔਰ ਦੂਸਰੇ ਤਾਲਿਬਾਨ ਦੇ ਖਿਲਾਫ। ਔਰ ਉਸ ਦਾ ਪਾਕਿਸਤਾਨ ਨੇ ਕੀ ਖਮਿਆਜ਼ਾ ਭੁਗਤਿਆ, ਜਾਂ ਇਹਨਾਂ ਜੇ ਅਸੀਂ 9/11 ਤੋਂ ਬਾਅਦ ਹੁਣ ਤੱਕ ਵੀ ਦੇਖੀਏ ਕਿ ਕਿਵੇਂ 70,000 ਤੋਂ ਜ਼ਿਆਦਾ ਪਾਕਿਸਤਾਨ ਦੇ ਫੌਜੀ ਸਿਵਿਲੀਅਨ ਇਸ ਦਾ ਸ਼ਿਕਾਰ ਹੋਏ ਔਰ ਕਿੰਨੇ $100 ਬਿਲੀਅਨ ਦੀ ਤਬਾਹੀ। ਔਰ ਇਹ ਸਾਰੀ ਜਿਹੜੀ ਅਨਸਟੇਬਿਲਿਟੀ ਔਰ ਹੋਰ ਬਹੁਤ ਸਾਰੀਆਂ ਚੀਜ਼ਾਂ ਉਹ ਦਹਿਸ਼ਤਗਰਦੀ ਪਾਕਿਸਤਾਨ ਦੀਆਂ ਬਰੂਹਾਂ ਦੇ ਉੱਤੇ ਹੀ ਨਹੀਂ, ਉਹਦੇ ਅੰਦਰ ਵੀ ਆਈ। ਹੁਣ ਜਦੋਂ ਕਿ ਫਾਈਨਲੀ ਪਾਕਿਸਤਾਨ ਦੀ ਮਦਦ ਦੇ ਨਾਲ ਹੀ ਇਹ ਪੋਸੀਬਲ ਹੋਇਆ, ਜਿਹੜਾ ਫਰਵਰੀ 2020 ਦੇ ਵਿੱਚ ਦੋਹਾ ਅਕੋਰਡ ਹੋਇਆ ਅਮਰੀਕਾ ਔਰ ਤਾਲਿਬਾਨ ਦੇ ਵਿਚਕਾਰ। ਲੇਕਿਨ ਅਮਰੀਕਾ ਨੇ ਕਿਉਂਕਿ ਡੈਡਲਾਈਨ 1 ਮਈ ਦੀ ਉਹ ਆਪਣੇ ਆਪ ਹੀ 9/11 'ਤੇ ਵਧਾ ਦਿੱਤੀ ਹੈ। ਔਰ ਇਸ ਗੱਲ ਦਾ ਵੀ ਅੰਦੇਸ਼ਾ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਕਿਵੇਂ ਜਿਹੜਾ ਅਮਰੀਕਾ ਨੇ ਕਾਬਲ ਵਿਚਲੀ ਆਪਣੀ ਐਮਬੈਸੀ ਸਟਾਫ ਨੂੰ ਵੀ ਕਿਹਾ ਕਿ ਜਿਨ੍ਹਾਂ ਦਾ ਕੰਮ ਉੱਥੇ ਰਹੇ ਬਿਨਾਂ ਸਰ ਸਕਦਾ, ਉਹ ਜਿਹੜੇ ਵੀ ਫਸਟ ਤੁਹਾਨੂੰ ਕਮਰਸ਼ੀਅਲ ਫਲਾਈਟ ਮਿਲਦੀ ਹੈ ਆ ਜਾਓ ਬਾਹਰ। ਸੋ ਇਹਦੇ 'ਤੇ ਅਸੀਂ ਕਿਹਾ ਸੀ ਕਿ ਪੋਸੀਬਲ ਹੈ, ਕਿਉਂਕਿ ਅਜੇ ਤੱਕ ਤਾਲਿਬਾਨ ਨੇ ਇਹਨਾਂ ਦੀ ਐਕਸਟੈਂਸ਼ਨ ਦੇ ਉੱਤੇ ਕੋਈ ਜਵਾਬ ਨਹੀਂ ਦਿੱਤਾ ਜਾਂ ਕੋਈ ਆਫੀਸ਼ੀਅਲ ਜਿਹੜਾ ਬਿਆਨ ਨਹੀਂ ਦਿੱਤਾ ਹੈ।
ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਅਮਰੀਕਾ ਨੇ ਆਪਣੀ ਫੌਜ ਜਿਹੜਾ ਉਹਨਾਂ ਦਾ 2500 ਰਿਮੇਨਿੰਗ ਸੋਲਜਰ ਹੈ ਉਹ ਕੱਢਣ ਦੀ ਪ੍ਰੋਸੈਸ ਸ਼ੁਰੂ ਕਰ ਦਿੱਤੀ ਹੈ। ਅੱਛਾ ਸੋ ਇਸ ਸਾਰੇ ਦੇ ਚਲਦਿਆਂ ਅਸੀਂ ਵੀ ਇਹ ਕਮੈਂਟ ਕੀਤਾ ਹੈ ਕਿ ਪੋਸੀਬਲ ਹੈ ਅਜੇ ਵੀ ਅਮਰੀਕੀ ਬੇਸ ਹੋਣ ਜਾਂ ਅੱਗੇ ਪ੍ਰੈਸ਼ਰ ਹੋਏ। ਸੋ ਇਹਦੇ 'ਤੇ ਸਾਡੇ ਬਹੁਤ ਸਾਰੇ ਵੀਰਾਂ ਨੇ ਕਮੈਂਟ ਕੀਤਾ, ਕਈਆਂ ਨੇ ਸਾਡੀ ਜਾਣਕਾਰੀ ਨੂੰ ਝੁਠਲਾਇਆ, ਕਈਆਂ ਨੇ ਕਿਹਾ ਜੀ ਤੁਸੀਂ ਗਲਤ ਕਿਹਾ, ਉਹ ਤਾਂ ਇੰਨੇ ਸਾਲ ਤੋਂ ਉੱਥੇ ਕੋਈ ਬੇਸ ਨਹੀਂ ਹੈ। ਔਰ ਇਹਦੇ 'ਚ ਕਿਉਂਕਿ ਇੱਕ ਡਿਬੇਟ ਸ਼ੁਰੂ ਹੋਈ 2-3 ਦਿਨ ਚੱਲਦੀ ਰਹੀ, ਮੈਂ ਵੀ ਉਸ ਤੋਂ ਸਿੱਖਿਆ ਵੀ ਔਰ ਮੈਨੂੰ ਖੁਸ਼ੀ ਵੀ ਹੋਈ ਕਿ ਇਹ ਇੱਕ ਟੈਸਟ ਵੀ ਸੀ ਕਿ ਕਿਵੇਂ ਜਿਹੜੇ ਮੈਜੋਰਿਟੀ ਪਾਕਿਸਤਾਨੀ ਨੇ ਉਹ ਇਸ ਗੱਲ ਦੇ ਖਿਲਾਫ ਨੇ ਕਿ ਅਮਰੀਕਾ ਨੂੰ ਕੋਈ ਵੀ ਫਿਊਚਰ ਦੇ ਵਿੱਚ ਉੱਥੇ ਬੇਸ ਦੇਣਾ, ਕਿਉਂਕਿ ਉਹ ਸਮਝਦੇ ਨੇ ਕਿ ਭਾਈ ਅਲਟੀਮੇਟਲੀ ਆਲਰੇਡੀ ਅਸੀਂ ਬਹੁਤ ਬਲੀਡ ਹੋ ਚੁੱਕੇ ਹਾਂ ਔਰ ਆਉਣ ਵਾਲਾ ਜੋ ਵੀ ਅਫਗਾਨਿਸਤਾਨ 'ਚ ਸਿਸਟਮ ਹੁੰਦਾ ਹੈ ਉਸ ਦੀ ਖਿਲਾਫਤ ਅਸੀਂ ਖੜੇ ਹੋਈਏ, ਇਹ ਸਾਡੀ ਅੱਗੋਂ ਹੋਰ ਨੁਕਸਾਨ ਵੱਲ ਸਾਨੂੰ ਤੋਰੇਗਾ। ਪਰ ਇਸ ਬਾਰੇ ਇੱਕ ਬੜੀ ਕੰਪਰੈਹੈਂਸਿਵ ਲਿਖਤ ਸਾਡੇ ਵੀਰ ਰਾਣਾ ਮੁਹੰਮਦ ਅਸਲਮ ਖਾਨ ਜੀ ਨੇ ਸਾਨੂੰ ਲਿਖੀ ਔਰ ਉਹ ਮੈਨੂੰ ਲੱਗਾ ਕਿ ਵੀ ਇਹ ਇੱਕ ਤਾਂ ਇਸ ਨਾਲ ਸਾਰੀ ਡਿਬੇਟ ਫਾਈਨਲੀ ਟੂ ਰੈਸਟ ਅਸੀਂ ਪੁੱਟ ਕਰ ਰਹੇ ਹਾਂ ਔਰ ਇਹ ਅਸੀਂ ਉਹਨਾਂ ਨੂੰ ਜਿਹੜਾ ਰੈਕਗਨਾਈਜ਼ ਵੀ ਕਰਨਾ ਚਾਹੁੰਦੇ ਹਾਂ ਕਿ ਭਾਈ ਉਹਨਾਂ ਦੀ ਕਾਫੀ ਕੰਪਰੈਹੈਂਸਿਵ ਔਰ ਕਾਫੀ ਠੀਕ ਉਹਨਾਂ ਦੀ ਜਿਹੜੀ ਅਸੈਸਮੈਂਟ ਹੈ। उन्होंने कहा डॉक्टर साहब लेट मी allow to bring correct facts on recording bases of Pakistan given to USA for its drone operations etc. in past during Musharraf regime. Shamsi Air Base, Samangli Air Base and Jacobabad were got vacated and possession of the same air bases was got back during PPP regime, Pakistan People's Party regime, when NATO supply was stopped. ਇਹ ਜਿਹੜਾ ਇੱਕ ਕ੍ਰਾਈਸਿਸ ਹੋਇਆ ਸੀ ਉਦੋਂ ਪਾਕਿਸਤਾਨ ਨੇ ਈਵਨ ਬਾਈ ਲੈਂਡ ਚਮਨ ਬਾਰਡਰ ਤੋਂ ਔਰ ਦੂਸਰੇ ਨੈਟੋ ਦੀ ਸਪਲਾਈ ਲਾਈਨ ਵੀ ਰੋਕ ਦਿੱਤੀ ਸੀ ਔਰ ਬਾਅਦ 'ਚ ਅਮਰੀਕਾ ਨੇ ਮਾਫੀ ਵੀ ਮੰਗੀ ਔਰ ਫਿਰ ਉਹ ਸਪਲਾਈ ਲਾਈਨ ਖੁੱਲ੍ਹ ਗਈ ਸੀ। ਪਰ ਇਹਨਾਂ ਦੇ ਰਾਣਾ ਮੁਹੰਮਦ ਅਸਲਮ ਖਾਨ ਜੀ ਦੇ ਕਹਿਣ ਮੁਤਾਬਕ ਕਿ ਇਹ ਤਿੰਨੋਂ ਹੀ ਜਿਹੜੇ ਏਅਰ ਬੇਸ ਸੀ, ਸਮੰਗਲੀ ਦਾ, ਜੈਕਬਾਬਾਦ ਦਾ ਔਰ ਸ਼ਮਸੀ ਦਾ, ਇਹ ਉਹਨਾਂ ਤੋਂ ਅਮਰੀਕਨਾਂ ਤੋਂ ਵੈਕੇਟ ਕਰਵਾ ਲਏ ਸੀ। ਐਟ ਪ੍ਰੈਜ਼ੈਂਟ ਨੋ ਏਅਰ ਬੇਸ ਇਜ਼ ਅੰਡਰ ਕੰਟਰੋਲ ਆਫ USA ਇਨ ਪਾਕਿਸਤਾਨ, no presence of American Air Force in Pakistan at present exists, although USA is doing its best efforts to get 1 or 2 air bases previously in its use after pullout from Afghanistan to counter not the terrorists in Afghanistan but to China, Russia and other neighboring countries, and also an alternative show India as well. ये बिल्कुल ठीक है कि नहीं होणगे ਤਿੰਨੋਂ ਹੀ ਬੇਸ, ਲੇਕਿਨ ਅਮਰੀਕਾ ਪ੍ਰੈਸ਼ਰ ਬਿਲਡ ਕਰ ਰਿਹਾ ਕਿ ਉਹਦੇ 'ਚੋਂ ਸਾਨੂੰ 1-2 ਦੇ ਦਿਓ, ਜਿਨ੍ਹਾਂ ਦਾ ਮਕਸਦ ਭਾਵੇਂ ਉਹ ਕਹਿ ਰਹੇ ਨੇ ਕਿ ਜੇ ਅਫਗਾਨਿਸਤਾਨ ਜਿਹੜਾ ਟੈਰਰਿਜ਼ਮ ਹੋਏਗਾ ਉਹਦੇ ਖਿਲਾਫ, ਪਰ ਉਹਨਾਂ ਨੇ ਕਿਹਾ ਕਿ ਭਾਈ ਇਹ ਇੱਕ ਪਾਸੇ ਜਿਹੜਾ ਉਹ ਚਾਈਨਾ ਤੇ ਰਸ਼ੀਆ ਨੂੰ ਵੀ ਜਿਹੜਾ, ਕਿਉਂਕਿ ਹੁਣ ਤਾਂ ਜਿਹੜਾ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਕਾਫੀ ਅੱਗੇ ਤੱਕ ਜਾ ਚੁੱਕਾ ਹੈ ਔਰ ਅੱਗੇ ਇਹਨਾਂ ਨੇ ਇਸ ਦੀ ਹੋਰ ਵੀ ਐਕਸਪਲੇਨੇਸ਼ਨ ਦਿੱਤੀ ਹੈ। ਔਰ ਉਹਨਾਂ ਨੇ ਕਿਹਾ however this is not 2001 and after 2 decades when CPEC is near to completion, which is the game changer in Pakistan and South Asia, Middle East and Central Asia, it is not possible for Pakistan to allow US Army at its land as China and Russia both will strongly oppose the same, and now the defense and economic interest of Pakistan can only be safeguarded being in the new emerging superpower China. ਬਿਲਕੁਲ ਉਹਨਾਂ ਨੇ ਠੀਕ ਕਿਹਾ ਕਿ ਹੁਣ ਕੱਲਾ ਇਹ ਨਹੀਂ ਹੈ, 2001 ਇੱਕ ਡਿਫਰੈਂਟ ਪੋਜੀਸ਼ਨ ਸੀ, ਹੁਣ ਤਾਂ ਚਾਈਨਾ ਔਰ ਰਸ਼ੀਆ ਜਿਨ੍ਹਾਂ ਦਾ ਇੰਟਰਸਟ ਹੈ ਇੱਕ ਬਲੌਕ ਬਣਿਆ, ਉਹ ਵੀ ਇਸ ਕਿਸਮ ਦੇ ਮੂਵ ਨੂੰ ਅਪੋਜ਼ ਕਰਨਗੇ ਔਰ CPEC ਜਿਹੜਾ ਕੰਪਲੀਸ਼ਨ ਦੇ ਨੇੜੇ ਹੈ ਉਹ ਜਿਹੜਾ, ਔਰ ਹੁਣ ਕਿਉਂਕਿ ਐਮਰਜਿੰਗ ਸੁਪਰ ਪਾਵਰ ਚਾਈਨਾ ਹੈ, ਟਰਮਸ ਦਾ ਫਿਰ ਸੁਪਰ ਪਾਵਰ ਦੀਆਂ ਹੀ ਚੱਲਦੀਆਂ ਨੇ। ਫਿਰ ਉਹਨਾਂ ਨੇ ਕਿਹਾ ਡਾਕਟਰ ਸਾਹਿਬ ਟੂਡੇਜ਼ ਪਾਕਿਸਤਾਨ ਇਜ਼ ਟੋਟਲੀ ਡਿਫਰੈਂਟ ਫਰੋਮ 2001 and now we Pakistanis are now much aware how USA always in past used Pakistan with the help of our sluggish and mentally corrupt leadership. Although we are not enough lucky and still we need dynamic and finest leadership to make Pakistan a strong nation. उन्होंने कहा जी ये असी वरते जाते रहे, साड़ी करप्ट भी और
ਜਿਹੜੀ ਹੈ ਮੈਂਟਲੀ ਜਿਹੜੀ ਹੈ ਉਹ ਮੈਂਟਲੀ ਕਰਪਟ ਔਰ ਸਲਗਿਸ਼ ਲੀਡਰਸ਼ਿਪ ਦੀ ਬਦੌਲਤ ਬੇਸ਼ੱਕ ਅਜੇ ਵੀ ਸਾਡੇ ਕੋਲ ਉਸ ਕਿਸਮ ਦੀ ਡਾਇਨਾਮਿਕ ਲੀਡਰਸ਼ਿਪ ਨਹੀਂ ਹੈ, ਪਰ ਅਸੀਂ ਉਹਨੇ ਖੁਸ਼ਕਿਸਮਤ ਨਹੀਂ ਹੈ, ਪਰ ਹੁਣ ਅਸੀਂ ਮਚ ਮੋਰ ਅਵੇਅਰ ਹੈ। ਔਰ ਇਸ ਦੇ ਨਾਲ ਕਿਹਾ ਯੂ ਹੈਵ ਅਬਜ਼ਰਵਡ ਸਟਿਲ our leaders hesitate to extend even due support to Sikh community and Khalistan, which a logical and genuine political way out to give independence or Khalistan। ਉਹਨਾਂ ਨੇ ਕਿਹਾ ਕਿ ਤੁਸੀਂ ਵੀ ਆਬਜ਼ਰਵ ਕਰ ਰਹੇ ਹੋ ਕਿ ਸਾਡੇ ਲੀਡਰ ਅਜੇ ਵੀ ਸਿੱਖ ਕੌਮ ਔਰ ਖਾਲਿਸਤਾਨ ਨੂੰ ਹਮਾਇਤ ਦੇਣ ਦੇ ਵਿੱਚ ਵੀ ਹਿਚਕਿਚਾਹਟ ਰੱਖਦੇ ਨੇ, ਜਿਹੜਾ ਕਿ ਇੱਕ ਜੈਨੂਇਨ ਔਰ ਠੀਕ ਤਰੀਕਾ ਹੋਏਗਾ ਹਮਾਇਤ ਦਾ ਔਰ ਖਾਲਿਸਤਾਨ ਦੀ ਆਜ਼ਾਦੀ ਦੇ ਲਈ। However, coming back to the topic, USA also trying to get bases in Stan, Central Asian countries, and after some times America will ask Modi, that is India, to provide bases, as USA getting strong negotiating position with India by pushing India to a war with China, and due to existing pandemic COVID-19 and other internal and external threats to India, world is going to be changed and map of world will be reshaped। ਉਹਨਾਂ ਨੇ ਕਿਹਾ ਵੀ ਬੇਸ਼ੱਕ ਪਾਕਿਸਤਾਨ ਨਾ ਵੀ ਦੇ, ਅਮਰੀਕਾ ਜਿਹੜੇ ਸਥਾਨ ਨੇ ਜਿਨ੍ਹਾਂ ਦਾ ਅਸੀਂ ਜ਼ਿਕਰ ਕੀਤਾ, ਉਜ਼ਬੇਕਿਸਤਾਨ, ਤੁਰਕਮਾਨਿਸਤਾਨ, ਤਾਜ਼ਿਕਸਤਾਨ, ਅੱਗੇ ਤੱਕ ਫਿਰ ਸਾਰੇ ਕਿਰਗਿਸਤਾਨ, ਇਹ ਸਾਰੇ ਕਜ਼ਾਖ ਦੇ ਨਾਲ ਜੁੜਿਆ ਹੋਇਆ ਵੀ ਉਹਨਾਂ 'ਚ ਲੈਣਗੇ। ਔਰ ਇਸੇ ਕੋਵਿਡ-19 ਔਰ ਚਾਈਨਾ ਦੇ ਖੌਫ ਦੇ ਸ਼ੈਡੋ ਦੇ ਵਿੱਚ ਅਮਰੀਕਾ ਜਿਹੜਾ ਫਿਰ ਮੋਦੀ ਨੂੰ ਵੀ ਕਹੇਗਾ ਕਿ ਭਾਈ ਬੇਸ ਦਿਓ, ਕਿਉਂਕਿ ਦੁਨੀਆ ਬਦਲ ਰਹੀ ਹੈ ਔਰ ਦੁਨੀਆ ਦਾ ਨਕਸ਼ਾ ਰੀਸ਼ੇਪ ਹੋਏਗਾ। ਇੰਡੀਆ ਸੀਮਸ ਅਨਦਰ ਯੂਗੋਸਲਾਵੀਆ ਇਨ ਏਸ਼ੀਆ। ਬਿਲਕੁਲ ਠੀਕ ਆਬਜ਼ਰਵੇਸ਼ਨ ਹੈ ਰਾਣਾ ਮੁਹੰਮਦ ਅਸਲਮ ਖਾਨ ਜੀ ਦੀ ਕਿ ਯੂਗੋਸਲਾਵੀਆ, ਜਿਵੇਂ ਯੂਗੋਸਲਾਵੀਆ, ਸਰਬੀਆ, ਕਰੋਸ਼ੀਆ, ਜਿਹੜਾ ਇਹ ਸਾਰੇ ਦੇ ਨਾਲ ਕੋਸੋਵੋ, ਮੈਸੇਡੋਨੀਆ ਔਰ ਬੋਸਨੀਆ ਹਰਜ਼ੇਗੋਵੀਨਾ ਕਿਵੇਂ 6-7 ਟੁਕੜੇ ਹੋਏ। ਉਹਨਾਂ ਨੇ ਕਿਹਾ ਵੀ ਇਹੀ ਅਨਦਰ ਯੂਗੋਸਲਾਵੀਆ ਏਸ਼ੀਆ 'ਚ ਹੈ। ਖਾਲਿਸਤਾਨ, ਕਸ਼ਮੀਰ, ਲੱਦਾਖ, ਅਰੁਣਾਚਲ ਪ੍ਰਦੇਸ਼, ਹਿਮਾਚਲ ਪ੍ਰਦੇਸ਼ and 7 sisters will change the map of South Asia. However, this time USA is in trouble and Pakistan is not in a position to again provide defense facilities to Americans as it done in the past। ਕਿ ਹੁਣ ਜੇ ਅਮਰੀਕਾ ਟਰਬਲ 'ਚ ਹੈ ਤੇ ਪਹਿਲਾਂ ਵਾਂਗ ਪਾਕਿਸਤਾਨ ਬੀਤੇ ਵਾਂਗ ਅਮਰੀਕਾ ਨੂੰ ਹੁਣ ਓਬਲਾਈਜ ਨਹੀਂ ਕਰੇਗਾ। ਔਰ ਅਸੀਂ ਇਸ ਦੇ ਨਾਲ ਇਸ ਡਿਬੇਟ ਨੂੰ ਵੀ ਕਲੋਜ਼ ਕਰਦੇ ਹਾਂ। ਔਰ ਬਹੁਤ ਬਹੁਤ ਸ਼ੁਕਰੀਆ ਰਾਣਾ ਮੁਹੰਮਦ ਅਸਲਮ ਖਾਨ ਜੀ, ਤੁਸੀਂ ਬਿਲਕੁਲ ਨਗੇਟਸ ਆਫ ਵਿਜ਼ਡਮ ਜਿਹਦੇ 'ਚ ਕਰੰਟ ਸਿਚੁਏਸ਼ਨ ਔਰ ਵੇ ਆਊਟ ਕੀ ਹੈ ਅਲਟੀਮੇਟਲੀ, ਔਰ ਇੰਡੀਆ ਦਾ ਫਿਊਚਰ ਕਿਵੇਂ ਯੂਗੋਸਲਾਵੀਆ ਵਰਗਾ ਹੋਣ ਜਾ ਰਿਹਾ ਹੈ, ਇਹ ਉਹਨਾਂ ਨੇ ਕਨਕਲੂਡ ਕੀਤਾ ਔਰ ਅਸੀਂ ਕਨਕਲੂਜਨ ਵੱਲ ਪਹੁੰਚ ਗਏ ਹਾਂ। ਔਰ ਗੌੜੀ ਕਬੀਰ